8वें पातशाह श्री गुरु हरकृष्ण साहिब जी ने ਇਹ ਸਾਬਤ ਕਰ ਦਿੱਤਾ ਹੈ ਕਿ ਗੁਰੂ ਜੋਤ ਹੀ ਸਭ ਕੁਝ ਹੈ ਤੇ ਬਜ਼ੁਰਗੀ ਅਕਲ ਨਾਲ ਹੁੰਦੀ ਹੈ ਨਾ ਕਿ ਉਮਰ ਨਾਲ, ਅਤੇ ਅਮੀਰੀ ਦਿਲ ਨਾਲ ਹੁੰਦੀ ਹੈ ਨਾ ਕਿ ਦੌਲਤ ਨਾਲ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਵਿੱਤਰ ਕੁੱਖੋਂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। 5 ਸਾਲ ਦੀ ਉਮਰ ਵਿੱਚ 1661 ਈਸਵੀ ਨੂੰ ਆਪ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੀ 8ਵੀਂ ਗੱਦੀ ਦੀ ਬਖਸ਼ਿਸ਼ ਹੋਈ, ਜਿਹੜੀ ਆਪ ਜੀ ਵੱਲੋਂ ਅਕਾਲ ਪੁਰਖ ਦੇ ਹੁਕਮ ਨਾਲ 2 ਸਾਲ 5 ਮਹੀਨੇ ਤੇ 19 ਦਿਨ ਤੱਕ ਨਿਭਾਈ ਗਈ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵੱਡੇ ਵੀਰ ਬਾਬਾ ਰਾਮ ਰਾਏ ਜੀ ਨੂੰ ਜਦੋਂ ਉਹਨਾਂ ਦੀ ਗੁਰਗੱਦੀ ਦੀ ਪ੍ਰਾਪਤੀ ਬਾਰੇ ਪਤਾ ਲੱਗਾ ਤੇ ਉਹਨਾਂ ਨੇ ਆਪਣੇ ਪਿਤਾ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਇਸ ਫੈਸਲੇ ਦਾ ਬੜਾ ਵਿਰੋਧ ਕੀਤਾ। ਬਾਬਾ ਰਾਮ ਰਾਏ ਜੀ ਨੇ ਆਪਣੇ ਹੱਕ ਨੂੰ ਹੋਰ ਮਜ਼ਬੂਤ ਕਰਨ ਲਈ ਔਰੰਗਜ਼ੇਬ ਦੀ ਵੀ ਮਦਦ ਲੈਣੀ ਚਾਹੀ, ਜੋ ਪਹਿਲਾਂ ਹੀ ਬਾਬਾ ਰਾਮ ਰਾਏ ਜੀ ਪ੍ਰਤੀ ਕਾਫੀ ਹਮਦਰਦੀ ਰੱਖਦਾ ਸੀ ਤੇ ਉਹਨਾਂ ਦਾ ਖੈਰ ਖਾ ਸੀ। ਪਰ ਜਦੋਂ ਸਾਰੀ ਸੰਗਤ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਅੱਗੇ ਸਿਰ ਨਿਵਾ ਕੇ ਬਾਬਾ ਰਾਮ ਰਾਏ ਜੀ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਤਾਂ ਉਹਨਾਂ ਨੂੰ ਵੀ ਆਪਣੀ ਭੁੱਲ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਤੇ ਉਹਨਾਂ ਨੇ ਵੀ ਬਾਲਾ ਪ੍ਰੀਤਮ ਜੀ ਨੂੰ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਜਾਣ ਕੇ ਉਹਨਾਂ ਅੱਗੇ ਸੀਸ ਨਿਵਾ ਦਿੱਤਾ। ਔਰੰਗਜ਼ੇਬ ਦੇ ਕਹਿਣ ਤੇ ਜਦੋਂ ਰਾਜਾ ਜੈ ਸਿੰਘ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਲੀ ਬੁਲਾਉਣ ਲਈ ਸੱਦਾ ਭੇਜਿਆ ਤਾਂ ਗੁਰੂ ਜੀ ਪ੍ਰਤੀ ਅਪਾਰ ਸ਼ਰਧਾ ਰੱਖਣ ਕਰਕੇ ਰਾਜਾ ਜੈ ਸਿੰਘ ਨੇ ਬਾਦਸ਼ਾਹ ਕੋਲੋਂ ਪਹਿਲਾਂ ਹੀ ਇਹ ਇਕਰਾਰ ਲੈ ਲਿਆ ਸੀ ਕਿ ਜਦੋਂ ਗੁਰੂ ਜੀ ਦਿੱਲੀ ਆਉਣਗੇ ਤਾਂ ਉਹ ਉਸਦੇ ਮਹਿਮਾਨ ਬਣ ਕੇ ਉਸਦੇ ਹੀ ਘਰ ਠਹਿਰਨਗੇ, ਅਤੇ ਦੂਜਾ ਇਹ ਕਿ ਸ਼ਾਹੀ ਦਰਬਾਰ ਵੱਲੋਂ ਗੁਰੂ ਜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਵੇਗਾ। ਔਰੰਗਜ਼ੇਬ ਵੱਲੋਂ ਤਸੱਲੀ ਹੋ ਜਾਣ ਤੇ ਹੀ ਰਾਜਾ ਜੈ ਸਿੰਘ ਨੇ ਆਪਣੇ ਵਿਸ਼ੇਸ਼ ਦੂਤ ਨੂੰ ਕੀਰਤਪੁਰ ਸਾਹਿਬ ਵੱਲ ਭੇਜ ਕੇ ਗੁਰੂ ਸਾਹਿਬ ਜੀ ਨੂੰ ਆਦਰ ਤੇ ਸਤਿਕਾਰ ਨਾਲ ਦਿੱਲੀ ਆਉਣ ਦਾ ਸੱਦਾ ਭੇਜਿਆ। ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਵੱਲ ਨੂੰ ਚੱਲ ਪਏ ਤਾਂ ਉਹਨਾਂ ਨੇ ਕਈ ਥਾਵਾਂ ਤੇ ਪੜਾਅ ਕੀਤਾ, ਜਿਨ੍ਹਾਂ ਵਿੱਚੋਂ ਆਪ ਜੀ ਦਾ ਵੱਡਾ ਪੜਾਅ ਅੰਬਾਲਾ ਦੇ ਨੇੜੇ ਪੰਜੋਖੜਾ ਦੇ ਸਥਾਨ ਤੇ ਸੀ। ਗੁਰੂ ਜੀ ਦੇ ਇਸ ਪੜਾਅ ਦੌਰਾਨ ਇੱਕ ਵਿਸ਼ੇਸ਼ ਘਟਨਾ ਵਾਪਰੀ। ਲੋਕ ਆਪ ਜੀ ਦੀ ਉਮਰ ਵੇਖ ਕੇ ਸ਼ੰਕਾ ਵਿੱਚ ਸਨ ਕਿ ਆਪ ਜੀ ਕੋਲ ਕਿਹੜਾ ਰੱਬੀ ਗਿਆਨ ਹੈ ਜਿਸ ਕਾਰਨ ਆਪ ਜੀ ਗੁਰੂ ਪਦਵੀ ਲਈ ਚੁਣੇ ਗਏ। ਲਾਲਚੰਦ ਨਾਂ ਦਾ ਇੱਕ ਪੰਡਤ ਜੋ ਅਨੇਕ ਧਰਮ ਗ੍ਰੰਥਾਂ ਦਾ ਗਿਆਤਾ ਅਤੇ ਸੰਸਕ੍ਰਿਤ ਦਾ ਵੱਡਾ ਵਿਦਵਾਨ ਸੀ, ਉਸ ਨੇ ਬਾਲਾ ਪ੍ਰੀਤਮ ਜੀ ਨੂੰ ਚੁਣੌਤੀ ਦਿੱਤੀ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਤਾਂ ਗੀਤਾ ਉਚਾਰੀ ਸੀ, ਆਪ ਦਾ ਨਾਂ ਹਰਕ੍ਰਿਸ਼ਨ ਹੈ, ਆਪ ਗੀਤਾ ਵਿੱਚੋਂ ਕੁਝ ਸਲੋਕਾਂ ਦੇ ਅਰਥ ਹੀ ਕਰਕੇ ਵਿਖਾ ਦਿਓ। ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਸੰਗਤ ਵਿੱਚੋਂ ਕਿਸੇ ਨੂੰ ਵੀ ਲੈ ਆਓ, ਗੀਤਾ ਦੇ ਅਰਥ ਤਾਂ ਤੁਹਾਨੂੰ ਉਹ ਵੀ ਦੱਸ ਦੇਵੇਗਾ। ਪੰਡਤ ਲਾਲਚੰਦ ਛੱਜੂ ਨਾਂ ਦੇ ਇੱਕ ਚੀਵਰ ਨੂੰ ਗੁਰੂ ਜੀ ਅੱਗੇ ਲੈ ਆਇਆ। ਗੁਰੂ ਜੀ ਨੇ ਆਪਣਾ ਬਖਸ਼ਿਸ਼ ਭਰਿਆ ਹੱਥ ਛੱਜੂ ਚੀਵਰ ਦੇ ਸਿਰ ਤੇ ਰੱਖ ਕੇ ਕਿਹਾ ਕਿ ਇਸ ਪੰਡਤ ਦੇ ਮਨ ਵਿੱਚ ਕੁਝ ਸ਼ੰਕੇ ਹਨ, ਇਹਨਾਂ ਨੂੰ ਗੀਤਾ ਦੇ ਅਰਥ ਸੁਣਾ ਕੇ ਇਹਨਾਂ ਦੇ ਸ਼ੰਕੇ ਦੂਰ ਕਰ ਦਿਓ। ਛੱਜੂ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਐਸੀ ਬਖਸ਼ਿਸ਼ ਹੋਈ ਕਿ ਉਹਨੇ ਇਸ ਤਰ੍ਹਾਂ ਅਰਥ ਕਰਨੇ ਤੇ ਧਰਮ ਚਰਚਾ ਕਰਨੀ ਆਰੰਭ ਕੀਤੀ ਕਿ ਜਿਵੇਂ ਉਹ ਸਾਰੇ ਗ੍ਰੰਥਾਂ ਦਾ ਗਿਆਤਾ ਜਾਂ ਵੱਡਾ ਵਿਦਵਾਨ ਹੋਵੇ। ਪੰਡਤ ਲਾਲਚੰਦ ਇਹ ਕੌਤਕ ਵੇਖ ਕੇ ਅਚੰਭਤ ਰਹਿ ਗਿਆ ਤੇ ਉਹਨੇ ਆਪਣੇ ਹੰਕਾਰੀ ਸੁਭਾਅ ਨੂੰ ਤਿਆਗ ਕੇ ਗੁਰੂ ਜੀ ਅੱਗੇ ਸਿਰ ਨਿਵਾ ਦਿੱਤਾ। ਗੁਰੂ ਸਾਹਿਬ ਜੀ ਨੇ ਪੰਡਤ ਲਾਲਚੰਦ ਅਤੇ ਛੱਜੂ ਚੀਵਰ ਨੂੰ ਸਿੱਖੀ ਦੇ ਪ੍ਰਚਾਰ ਲਈ ਐਸੇ ਇਲਾਕੇ ਵਿੱਚ ਪ੍ਰਚਾਰਕ ਨਿਯੁਕਤ ਕਰ ਦਿੱਤਾ। ਪੰਜੋਖੜੇ ਦੇ ਸਥਾਨ ਤੇ ਜਿੱਥੇ ਗੁਰੂ ਜੀ ਠਹਿਰੇ ਸਨ ਉੱਥੇ ਹੁਣ ਇੱਕ ਸੋਹਣਾ ਗੁਰਦੁਆਰਾ ਤੇ ਬੱਚਿਆਂ ਦਾ ਸਕੂਲ ਹੈ। ਇਸ ਪਾਵਨ ਅਸਥਾਨ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਤੋਂ ਇਲਾਵਾ ਜਨਵਰੀ ਫਰਵਰੀ ਦੇ ਮਹੀਨੇ ਬੜਾ ਭਾਰੀ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਹੈ। ਇਹ ਉਹੀ ਦਿਨ ਹਨ ਜਦੋਂ ਗੁਰੂ ਜੀ ਇੱਥੇ ਆ ਕੇ ਠਹਿਰੇ ਸਨ। ਪੰਜੋਖੜੇ ਤੋਂ ਚੱਲ ਕੇ ਗੁਰੂ ਜੀ ਕੁਰੂਕਸ਼ੇਤਰ ਠਹਿਰੇ। ਬਾਲਾ ਪ੍ਰੀਤਮ ਜੀ ਤੋਂ ਪਹਿਲਾਂ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਵੀ ਆ ਕੇ ਠਹਿਰ ਚੁੱਕੇ ਸਨ। ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਇੱਥੇ ਆਉਣ ਬਾਰੇ ਸੁਣ ਕੇ ਦੂਰ ਦੂਰ ਤੋਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਨ ਆਉਂਦੀਆਂ। ਕੁਰੂਕਸ਼ੇਤਰ ਵਿੱਚ ਵਸਦੇ ਅਨੇਕ ਹਿੰਦੂ ਪੰਡਤ ਅਤੇ ਵਿਦਵਾਨ ਆਪ ਜੀ ਨਾਲ ਗਿਆਨ ਚਰਚਾ ਕਰਨ ਆਉਂਦੇ। ਇੱਥੋਂ ਚੱਲ ਕੇ ਆਪ ਜੀ ਬਾਨੀਬਦਰਪੁਰ, ਕਦਾਮਾਨਕਪੁਰ, ਕਰਨਾਲ, ਪਾਨੀਪਤ ਅਤੇ ਸੋਨੀਪਤ ਆਦਿ ਥਾਵਾਂ ਤੇ ਰੁਕਦੇ ਅਤੇ ਸਿੱਖੀ ਪ੍ਰਚਾਰ ਕਰਦੇ ਹੋਏ ਹਫ਼ਤੇ ਕੁ ਮਗਰੋਂ ਦਿੱਲੀ ਪਹੁੰਚ ਗਏ। ਦਿੱਲੀ ਪਹੁੰਚਣ ਤੇ ਰਾਜਾ ਜੈ ਸਿੰਘ ਨੇ ਗੁਰੂ ਸਾਹਿਬ ਜੀ ਦਾ ਨਿੱਘਾ ਸਵਾਗਤ ਕੀਤਾ। ਇੱਥੇ ਵੀ ਗੁਰੂ ਜੀ ਨੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਤੇ ਉਪਦੇਸ਼ ਦਿੱਤੇ।
ਉਸੇ ਵੇਲੇ ਦਿੱਲੀ ਵਿੱਚ ਚੇਚਕ ਦੀ ਬਿਮਾਰੀ ਫੈਲਣ ਤੇ ਬਾਲਾ ਪ੍ਰੀਤਮ ਜੀ ਦਿਨ ਰਾਤ ਆਪਣੇ ਹੱਥੀਂ ਰੋਗੀਆਂ ਦੀ ਸੇਵਾ ਤੇ ਇਲਾਜ ਕਰਦੇ। ਰੋਗੀ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਵੀ ਆਉਂਦੇ ਜਿੱਥੇ ਗੁਰੂ ਜੀ ਠਹਿਰੇ ਹੋਏ ਸਨ ਤੇ ਇੱਥੇ ਲੋਕਾਂ ਨੇ ਇੱਕ ਵੱਖਰਾ ਚਮਤਕਾਰ ਅਨੁਭਵ ਕੀਤਾ ਕਿ ਜਿੱਥੇ ਬੈਠ ਕੇ ਗੁਰੂ ਜੀ ਉਪਦੇਸ਼ ਦਿੰਦੇ ਅਤੇ ਰੋਗੀਆਂ ਦਾ ਇਲਾਜ ਕਰਦੇ ਸਨ, ਉੱਥੇ ਹੀ ਇੱਕ ਪੈਰ ਧੋਣ ਵਾਲਾ ਚੁਬੱਚਾ ਸੀ ਜਿਸ ਵਿੱਚ ਬਾਲਾ ਪ੍ਰੀਤਮ ਜੀ ਆਪਣੇ ਚਰਨ ਧੋਇਆ ਕਰਦੇ ਸਨ। ਰੋਗੀ ਉਸੇ ਚੁਬੱਚੇ ਵਿੱਚੋਂ ਜਲ ਲੈ ਕੇ ਆਪਣੇ ਸਰੀਰ ਤੇ ਲਗਾਉਂਦੇ ਤੇ ਉਹਨਾਂ ਦੇ ਕਈ ਰੋਗ ਕੱਟੇ ਜਾਂਦੇ। ਅੱਜ ਵੀ ਇਸ ਪਵਿੱਤਰ ਅਸਥਾਨ ਤੇ ਜਿੱਥੇ ਅੱਜ ਗੁਰਦੁਆਰਾ ਬੰਗਲਾ ਸਾਹਿਬ ਸੁਸ਼ੋਭਿਤ ਹੈ, ਪੂਰਨ ਸ਼ਰਧਾ ਤੇ ਭਾਵਨਾ ਨਾਲ ਇਸ਼ਨਾਨ ਕਰਨ ਨਾਲ ਮਨੁੱਖ ਦੇ ਮਨ ਅਤੇ ਤਨ ਦੋਹਾਂ ਦੇ ਰੋਗਾਂ ਦੀ ਨਿਵਰਤੀ ਹੁੰਦੀ ਹੈ। ਹੁਣ ਤੱਕ ਸਿੱਖੀ ਦੇ ਸਾਰੇ ਕੇਂਦਰ ਪੰਜਾਬ ਵਿੱਚ ਹੀ ਸਥਾਪਿਤ ਹੁੰਦੇ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਅਤੇ ਸ੍ਰੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਨੂੰ ਸਿੱਖੀ ਦੇ ਪ੍ਰਚਾਰ ਲਈ ਮੁੱਢਲੇ ਕੇਂਦਰ ਵਜੋਂ ਵਿਕਸਿਤ ਕੀਤਾ ਸੀ। ਸ੍ਰੀ ਗੁਰੂ ਰਾਮਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤਸਰ ਸਿੱਖ ਧਰਮ ਦੇ ਕੇਂਦਰ ਵਜੋਂ ਉੱਭਰ ਕੇ ਸਾਹਮਣੇ ਆਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲਾਂ ਅੰਮ੍ਰਿਤਸਰ ਅਤੇ ਫਿਰ ਕੀਰਤਪੁਰ ਸਾਹਿਬ ਤੋਂ ਸਿੱਖੀ ਦੇ ਪ੍ਰਚਾਰ ਦਾ ਕੰਮ ਜਾਰੀ ਰੱਖਿਆ। ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਸਮੇਂ ਵੀ ਕੀਰਤਪੁਰ ਸਾਹਿਬ ਹੀ ਸਿੱਖ ਧਰਮ ਦਾ ਕੇਂਦਰ ਸੀ। ਸਿੱਖ ਇਤਿਹਾਸ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਇੱਕ ਹੋਰ ਵੱਡੀ ਦੇਣ ਇਹ ਵੀ ਹੈ ਕਿ ਉਹਨਾਂ ਨੇ ਪੰਜਾਬ ਤੋਂ ਬਾਹਰ ਦਿੱਲੀ ਵਿੱਚ ਇੱਕ ਐਸਾ ਕੇਂਦਰ ਸਥਾਪਿਤ ਕੀਤਾ ਜੋ ਅੱਜ ਸਿੱਖਾਂ ਦੀ ਬਹੁਤ ਵੱਡੀ ਵਸੋਂ ਵਾਲਾ ਨਗਰ ਬਣ ਗਿਆ ਹੈ। ਅਖੀਰ ਰੋਗੀਆਂ ਦੀ ਸੇਵਾ ਕਰਦੇ ਹੋਏ ਜਦੋਂ ਬਾਲਾ ਪ੍ਰੀਤਮ ਜੀ ਆਪ ਵੀ ਚੇਚਕ ਵਰਗੇ ਭਿਆਨਕ ਰੋਗ ਦਾ ਸ਼ਿਕਾਰ ਹੋ ਗਏ ਤਾਂ ਸੰਗਤਾਂ ਦੀ ਨਿਰਾਸ਼ਤਾ ਵੇਖਦੇ ਹੋਏ ਸੰਗਤਾਂ ਨੂੰ ਧੀਰਜ ਦਿੰਦਿਆਂ ਆਪ ਜੀ ਨੇ ਕਿਹਾ ਕਿ ਅਸੀਂ ਤਾਂ ਕੇਵਲ ਲੋਕਾਂ ਦਾ ਦੁੱਖ ਵੰਡਦੇ ਰਹੇ ਹਾਂ। ਸੰਸਾਰ ਵਿੱਚ ਆਉਣਾ ਜਾਣਾ ਤਾਂ ਉਸ ਪਰਿਪੂਰਨ ਪਰਮਾਤਮਾ ਦੇ ਹੁਕਮ ਵਿੱਚ ਹੈ। ਇਸ ਨਾਸ਼ਵਾਨ ਸੰਸਾਰ ਵਿੱਚ ਕੇਵਲ ਅਕਾਲ ਪੁਰਖ ਦਾ ਨਾਂ ਹੀ ਸਦਾ ਸਥਿਰ ਰਹਿਣ ਵਾਲਾ ਹੈ। ਬਾਕੀ ਤਾਂ ਸ੍ਰਿਸ਼ਟੀ ਦੇ ਸਾਰੇ ਜੀਵ ਕਾਲ ਦੇ ਗੇੜ ਵਿੱਚ ਪਏ ਆਪੋ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਗੁਰੂ ਸਾਹਿਬ ਜੀ ਨੇ ਫਰਮਾਇਆ, ਧਰਤ ਆਕਾਸ ਪਾਤਾਲ ਹੈ, ਚੰਦ ਸੂਰ ਬਿਨਾਸੀ, ਬਾਦਸ਼ਾਹ ਸਹਾ ਉਮਰਾਵ ਖਾਨ, ਢਾਹੇ ਡੇਰੇ ਜਾਸੀ। ਅੰਤ 9ਵੇਂ ਗੁਰੂ ਨਾਨਕ ਜੀ ਬਾਰੇ ਬਾਬਾ ਬਕਾਲੇ ਦਾ ਸੰਕੇਤ ਦਿੰਦੇ ਹੋਏ 30 ਮਾਰਚ 1664 ਈਸਵੀ ਨੂੰ ਸਭ ਨੂੰ ਖੇੜੇ ਤੇ ਖੁਸ਼ੀਆਂ ਵੰਡਣ ਵਾਲੇ, ਲੋਕਾਂ ਦੇ ਦੁੱਖਾਂ ਵਿੱਚ ਸ਼ਰੀਕ ਹੋਣ ਤੇ ਉਹਨਾਂ ਦੇ ਰੋਗ ਕੱਟਣ ਵਾਲੇ ਬਾਲਾ ਪ੍ਰੀਤਮ ਜੀ ਜੋਤੀ ਜੋਤ ਸਮਾ ਗਏ। ਵਿਰਸਾ ਸਿੱਖੀ ਦਾ ਚੈਨਲ ਵੱਲੋਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ 8ਵੀਂ ਜੋਤ ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਾਰਿਆਂ ਨੂੰ ਬੇਅੰਤ ਵਧਾਈਆਂ।